ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਪ੍ਰਵਾਸੀ ਕਾਮਿਆਂ ਲਈ ਚੰਗੀ ਖਬਰ। ਆਸਟ੍ਰੇਲੀਆ ਸਰਕਾਰ ਨੇ ਲਿਆ ਵੱਡਾ ਫੈਸਲਾ। ਬ੍ਰਿਟੇਨ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਹਾਜ਼ਾਂ ਵਿੱਚ ਰੱਖਣ ਦੀ ਯੋਜਨਾ ਨੂੰ ਮਨਜ਼ੂਰੀ। ਕੈਲੀਫੋਰਨੀਆ 'ਚ ਗੋਲੀਬਾਰੀ ਦੀ ਘਟਨਾ ਦੇ ਵਿੱਚ ਕਈ ਲੋਕ ਆਏ ਲਪੇਟ 'ਚ। ਤਾਇਵਾਨ 'ਚ ਅਮਰੀਕੀ ਜੰਗੀ ਬੇੜੇ ਨੇੜਿਓਂ ਲੰਘਿਆ ਚੀਨੀ ਜਹਾਜ਼। ਅਮਰੀਕਾ ਨੇ ਦਿੱਤੀ ਚੇਤਾਵਨੀ, ਡਰੈਗਨ ਰਿਹਾ ਚੁੱਪ। ਕੈਨੇਡਾ 'ਚ ਵਿਦੇਸ਼ੀ ਦਖਲ-ਅੰਦਾਜ਼ੀ ਕਰਨ ਵਾਲਿਆਂ ਦੇ ਪ੍ਰਮੁੱਖ ਦੇਸ਼ਾਂ 'ਚ ਭਾਰਤ ਵੀ ਸ਼ਾਮਲ ਹੈ। ਜੌਡੀ ਥਾਮਸ ਦਾ ਬਿਆਨ। ਅਮਰੀਕਾ ਤੋਂ ਦੁਖਦਾਇਕ ਖਬਰ। ਡੁੱਬ ਰਹੇ ਪੁੱਤ ਨੂੰ ਬਚਾਉਣ ਗਏ ਭਾਰਤੀ ਪਿਤਾ ਦੇ ਨਾਲ ਵੀ ਹੋਇਆ ਹਾਦਸਾ, ਹੋਈ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਆਸਟ੍ਰੇਲੀਆ ਦੀ ਸਰਕਾਰ ਨੇ ਪ੍ਰਵਾਸੀ ਕਾਮਿਆਂ ਦੇ ਹਿੱਤ ਵਿੱਚ ਵੱਡਾ ਫੈਸਲਾ ਲਿਆ। ਅਸਲ ਦੇ ਵਿੱਚ ਆਸਟ੍ਰੇਲੀਆਈ ਸਰਕਾਰ ਨੇ ਸੋਮਵਾਰ ਨੂੰ ਅਸਥਾਈ ਵੀਜ਼ਾ ਧਾਰਕਾਂ ਨੂੰ ਸ਼ੋਸ਼ਣ ਤੋਂ ਬਚਾਉਣ ਦੇ ਲਈ ਕਾਰਵਾਈ ਕਰਨ ਦਾ ਐਲਾਨ ਕੀਤਾ, ਜਿਸ ਦੇ ਤਹਿਤ ਨਵੇਂ ਸੰਘੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮਾਲਕਾਂ ਨੂੰ ਅਪਰਾਧਿਕ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਮਾਚਾਰ ਏਜੰਸੀ ਸ਼ਨੂਹਾ ਦੀ ਰਿਪੋਰਟ ਦੇ ਮੁਤਾਬਕ ਥਿੰਕ ਟੈਂਕ ਗ੍ਰੈਟਨ ਇੰਸਟੀਚਿਊਟ ਦੁਆਰਾ ਮਈ ਦੇ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਹਾਲ ਹੀ ਵਿੱਚ ਆਸਟ੍ਰੇਲੀਆ 'ਚ ਆਏ 6 ਪ੍ਰਵਾਸੀਆਂ 'ਚੋਂ ਇੱਕ ਨੂੰ ਘੱਟੋ-ਘੱਟ ਉਜਰਤ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ। ਹਫ਼ਤਿਆਂ ਦੇ ਅੰਦਰ ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ਬਦਲਾਅ ਦੇ ਤਹਿਤ ਕਿਸੇ ਨੂੰ ਵੀਜ਼ਾ ਸ਼ਰਤ ਦੀ ਉਲੰਘਣਾ ਕਰਨ ਦੇ ਲਈ ਮਜਬੂਰ ਕਰਨਾ ਇੱਕ ਅਪਰਾਧਿਕ ਅਪਰਾਧ ਹੋਏਗਾ, ਔਰ ਜਿਹੜੇ ਰੁਜ਼ਗਾਰਦਾਤਾ ਪ੍ਰਵਾਸੀਆਂ ਦਾ ਸ਼ੋਸ਼ਣ ਕਰਦੇ ਪਾਏ ਜਾਣਗੇ ਉਹਨਾਂ ਨੂੰ ਅਸਥਾਈ ਵੀਜ਼ਾ ਤੇ ਹੋਰ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੀ ਮਨਾਹੀ ਹੋਏਗੀ। ਇਮੀਗ੍ਰੇਸ਼ਨ ਮੰਤਰੀ ਐਂਡਰਿਊ ਨੇ ਮੌਜੂਦਾ ਸਥਿਤੀ ਨੂੰ ਸ਼ੋਸ਼ਣ ਦਾ ਸੰਕਟ ਦੱਸਿਆ ਹੈ। ਉਹਨਾਂ ਨੇ ਇੱਕ ਬਿਆਨ 'ਚ ਕਿਹਾ ਕਿ ਜਦੋਂ ਪ੍ਰਵਾਸੀ ਮਜ਼ਦੂਰਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ ਤਾਂ ਇਹ ਸਾਨੂੰ ਸਾਰਿਆਂ ਨੂੰ ਦੁਖੀ ਕਰਦਾ ਹੈ। ਇਹ ਸੁਧਾਰ ਕਰਮਚਾਰੀਆਂ ਨੂੰ ਬੋਲਣ, ਉਹਨਾਂ ਨੂੰ ਮਾਲਕਾਂ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਮਦਦ ਕਰਨ ਜੋ ਗਲਤ ਕੰਮ ਕਰਦੇ ਨੇ। ਵੀਜ਼ਾ ਧਾਰਕਾਂ ਲਈ ਸ਼ੋਸ਼ਣਕਾਰੀ ਵਿਵਹਾਰ ਦੀ ਰਿਪੋਰਟ ਕਰਨਾ ਆਸਾਨ ਬਣਾਉਣ ਦੇ ਲਈ ਮਾਈਗ੍ਰੇਸ਼ਨ ਐਕਟ ਦੀ ਇੱਕ ਧਾਰਾ ਨੂੰ ਵੀ ਖਤਮ ਕਰ ਜਾਏਗਾ। ਆਸਟ੍ਰੇਲੀਅਨ ਬਾਰਡਰ ਫੋਰਸ ਨੂੰ ਕਾਨੂੰਨ ਲਾਗੂ ਕਰਨ ਦੀਆਂ ਗਤੀਵਿਧੀਆਂ ਲਈ ਫੰਡਿੰਗ 'ਚ ਵਾਧੂ 50 ਮਿਲੀਅਨ ਆਸਟ੍ਰੇਲੀਅਨ ਡਾਲਰ ਪ੍ਰਾਪਤ ਹੋਣਗੇ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਪ੍ਰਵਾਸੀ ਕਾਮਿਆਂ ਨੇ ਸਾਡੀ ਨਿਰਭਰਤਾ ਵੱਧ ਗਈ ਹੈ, ਔਰ ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ ਕਿ ਉਹਨਾਂ ਦਾ ਨਿਯਮਿਤ ਤੌਰ ਤੇ ਸ਼ੋਸ਼ਣ ਕੀਤਾ ਜਾਂਦਾ ਹੈ। ਅਸੀਂ ਆਪਣੀ ਮਾਈਗ੍ਰੇਸ਼ਨ ਪ੍ਰਣਾਲੀ ਵਿੱਚ ਪ੍ਰਣਾਲੀਗਤ ਤਬਦੀਲੀਆਂ ਤੇ ਸਲਾਹ ਮਸ਼ਵਰਾ ਕਰ ਰਹੇ ਹਾਂ ਜੋ ਯਕੀਨੀ ਬਣਾਏਗਾ ਕਿ ਇਹ ਆਸਟ੍ਰੇਲੀਆਈ ਕਾਮਿਆਂ ਤੇ ਕਾਰੋਬਾਰੀਆਂ ਦੇ ਹਿੱਤਾਂ 'ਚ ਕੰਮ ਕਰ ਰਹੇ ਨੇ, ਅਤੇ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਕੰਮ ਵੀ ਕਰ ਰਹੇ ਹਾਂ ਕਿ ਇਸ ਦੇਸ਼ ਵਿੱਚ ਆਉਣ ਵਾਲੇ ਕਿਸੇ ਵਿਅਕਤੀ ਦਾ ਸ਼ੋਸ਼ਣ ਜਾਂ ਉਸ ਦੇ ਨਾਲ ਦੁਰਵਿਵਹਾਰ ਨਾ ਹੋਏ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦਾਅਵਾ ਕੀਤਾ ਹੈ ਕਿ ਬ੍ਰਿਟੇਨ ਦੇ ਤੱਟਾਂ ਤੇ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਕਿਸ਼ਤੀਆਂ ਨੂੰ ਰੋਕਣ ਦੀ ਉਹਨਾਂ ਦੀ ਯੋਜਨਾ ਕੰਮ ਕਰ ਰਹੀ ਹੈ, ਅਤੇ ਉਹਨਾਂ ਨੇ ਕਰਦਾਤਿਆਂ ਦੇ ਪੈਸਿਆਂ ਨਾਲ ਚੱਲ ਰਹੇ ਹੋਟਲਾਂ ਤੇ ਦਬਾਅ ਘੱਟ ਕਰਨ ਦੇ ਟੀਚੇ ਨਾਲ ਅਜਿਹੇ ਪ੍ਰਵਾਸੀਆਂ ਨੂੰ ਜਹਾਜ਼ਾਂ ਤੇ ਹੀ ਰੱਖਣ ਦਾ ਐਲਾਨ ਕੀਤਾ ਹੈ। ਕੇਂਟ ਦੇ ਤੱਟਵਰਤੀ ਕਸਬੇ ਡੋਵੇਰ 'ਚ ਸੁਨਕ ਨੇ ਕਿਹਾ ਕਿ ਅਜਿਹਾ ਇੱਕ ਜਹਾਜ਼ ਇਸ ਮਹੀਨੇ ਦੇ ਅੰਤ ਤੱਕ ਤਿਆਰ ਹੋ ਜਾਏਗਾ ਅਤੇ 2 ਹੋਰ ਜਹਾਜ਼ ਉਸ ਤੋਂ ਬਾਅਦ ਤਿਆਰ ਕੀਤੇ ਜਾਣਗੇ, ਜਿਨ੍ਹਾਂ 'ਚ ਹੋਰ 1000 ਲੋਕਾਂ ਨੂੰ ਰੱਖਿਆ ਜਾ ਸਕਦਾ ਹੈ। ਉਹਨਾਂ ਨੇ ਉਭਾਰਿਆ ਕਿ ਗੈਰ ਕਾਨੂੰਨੀ ਪ੍ਰਵਾਸੀ ਬਿੱਲ ਦ ਸਟਾਪ ਦਾ ਬੋਟਸ ਬਿੱਲ ਨੂੰ ਹਾਊਸ ਆਫ ਕਾਮਨਸ ਨੇ ਪਾਸ ਕਰ ਦਿੱਤਾ ਹੈ, ਅਤੇ ਹੁਣ ਉਹਨਾਂ ਦੀ ਸਰਕਾਰ ਨੂੰ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਵਾਲਿਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਉਹਨਾਂ ਨੂੰ ਵਾਪਸ ਭੇਜਣ ਦਾ ਅਧਿਕਾਰ ਮਿਲੇਗਾ। ਪਹਿਲਾ ਜਹਾਜ਼ ਅਗਲੇ ਪੰਦਰਵਾੜੇ ਪੋਰਟਲੈਂਡ ਪਹੁੰਚੇਗਾ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ੇ ਮਾਮਲੇ ਦੇ ਵਿੱਚ ਕੈਲੀਫੋਰਨੀਆ ਦੇ ਸਨੀਵੇਲ ਸ਼ਹਿਰ 'ਚ ਗੋਲੀਬਾਰੀ ਦੀ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ 4 ਹੋਰ ਜ਼ਖਮੀ ਹੋਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਘਟਨਾ ਐਤਵਾਰ ਨੂੰ ਵਾਪਰੀ ਜਦੋਂ ਸ਼ੱਕੀ ਨੇ ਪਰਿਵਾਰ ਦੀ ਕਾਰ ਤੇ ਗੋਲੀ ਚਲਾ ਦਿੱਤੀ। ਅੰਤਰਿਮ ਪੁਲਿਸ ਮੁਖੀ ਬਿੱਲ ਨੇ ਕਿਹਾ ਕਿ 3 ਬੱਚਿਆਂ ਸਮੇਤ 4 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ,
ਚੀਫ ਵਿਗਾਸ ਦੇ ਅਨੁਸਾਰ ਬੱਚਿਆਂ ਚੋਂ ਕਿਸੇ ਨੂੰ ਵੀ ਜਾਨਲੇਵਾ ਸੱਟਾਂ ਨਹੀਂ ਲੱਗੀਆਂ। ਸਨੀਵਿਲ ਸੈਨ ਫਰਾਂਸਿਸਕੋ ਤੋਂ ਲਗਭਗ 65 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਅਮਰੀਕਾ 'ਚ ਹਾਲ ਹੀ 'ਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ। ਕੁਝ ਸਮਾਂ ਪਹਿਲਾਂ ਟੈਨੇਸੀ ਸੂਬੇ 'ਚ ਇੱਕ ਸਕੂਲ 'ਚ ਗੋਲੀ ਚੱਲਣ ਦਾ ਵੱਡਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਲੜਕੀ ਸ਼ੂਟਰ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪੁਲਿਸ ਨੇ ਗੋਲੀ ਚਲਾਉਣ ਵਾਲੇ ਨੂੰ ਵੀ ਮਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਦੀ ਮੌਤ ਨੈਸ਼ਵਿਲ ਦੇ ਇੱਕ ਨਿੱਜੀ ਕ੍ਰਿਸਚੀਅਨ ਸਕੂਲ 'ਚ ਹੋਈ ਗੋਲੀਬਾਰੀ 'ਚ ਹੋਈ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਅਰਕਾਨਸਾਸ ਵਿੱਚ ਗੋਲੀਬਾਰੀ ਦੀਆਂ 2 ਵੱਖ-ਵੱਖ ਘਟਨਾਵਾਂ ਦੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਸੀ। ਚਾਈਨਾ ਆਪਣੀਆਂ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਿਹਾ। ਚਾਈਨਾ ਲਗਾਤਾਰ ਅਮਰੀਕਾ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਦੌਰਾਨ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਚੀਨੀ ਜੰਗੀ ਬੇੜਾ ਤਾਇਵਾਨ ਜਲਡਮਰੂ ਵਿੱਚ ਅਮਰੀਕੀ ਬੇੜੇ ਦੇ ਨੇੜੇ ਅਸੁਰੱਖਿਅਤ ਤਰੀਕੇ ਦੇ ਨਾਲ ਲੰਘ ਗਿਆ ਹੈ। ਅਮਰੀਕੀ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਚੀਨੀ ਜੰਗੀ ਬੇੜਾ ਤਾਇਵਾਨ ਜਲਡਮਰੂ ਵਿੱਚ ਅਮਰੀਕੀ ਵਿਨਾਸ਼ਕਾਰੀ ਦੇ 150 ਦੇ ਅੰਦਰ ਸੁਰੱਖਿਅਤ ਢੰਗ ਨਾਲ ਲੰਘ ਗਿਆ। ਹਾਲਾਂਕਿ ਚਾਈਨਾ ਨੇ ਇਸ ਮਾਮਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਯੂਐਸ ਇੰਡੋ ਪੈਸੀਫਿਕ ਕਮਾਂਡ ਨੇ ਇੱਕ ਬਿਆਨ 'ਚ ਕਿਹਾ ਕਿ ਅਮਰੀਕਾ ਤੇ ਕੈਨੇਡੀਅਨ ਜਲ ਸੈਨਾ ਸ਼ਨੀਵਾਰ ਨੂੰ ਸਟ੍ਰੇਟ ਵਿੱਚ ਇੱਕ ਸੰਯੁਕਤ ਅਭਿਆਸ ਕਰ ਰਹੇ ਸਨ। ਫਿਰ ਚੀਨੀ ਜਹਾਜ਼ ਨੂੰ ਅਮਰੀਕੀ ਗਾਈਡਡ ਮਿਜ਼ਾਈਲ ਵਿਨਾਸ਼ਕ ਚੁੰਗ ਹੋਣ ਦੇ ਸਾਹਮਣੇ ਕੱਢ ਦਿੱਤਾ ਗਿਆ। ਉਸ ਨੂੰ ਫਿਰ ਟੱਕਰ ਤੋਂ ਬਚਣ ਦੇ ਲਈ ਹੌਲੀ ਕਰਨੀ ਪਈ। ਯੂਐਸ ਇੰਡੋ ਪੈਸੀਫਿਕ ਕਮਾਂਡ ਨੇ ਕਿਹਾ ਕਿ ਯੂਐਸ ਅਤੇ ਕੈਨੇਡੀਅਨ ਜਲ ਸੈਨਾ ਉਸ ਸਮੇਂ ਸਟ੍ਰੇਟ ਵਿੱਚ ਰੂਟੀਨ ਅਭਿਆਸ ਕਰ ਰਹੇ ਸਨ ਜਦੋਂ ਚੀਨੀ ਬੇੜੇ ਨੇ ਅਸੁਰੱਖਿਅਤ ਤਰੀਕੇ ਦੇ ਨਾਲ ਅਮਰੀਕੀ ਜਹਾਜ਼ ਦੇ ਅਗਲੇ ਹਿੱਸੇ ਨੂੰ ਕੱਟ ਦਿੱਤਾ। ਕੈਨੇਡੀਅਨ ਵੈਬਸਾਈਟ ਗਲੋਬਲ ਨਿਊਜ਼ ਦੇ ਦੁਆਰਾ ਪ੍ਰਸਾਰਿਤ ਵੀਡੀਓ ਫੁਟੇਜ ਵਿੱਚ ਜਹਾਜ਼ਾਂ ਵਿਚਕਾਰ ਇੱਕ ਨਜ਼ਦੀਕੀ ਟੱਕਰ ਦਿਖਾਈ ਗਈ। ਹਾਲਾਂਕਿ ਵਾਸ਼ਿੰਗਟਨ ਸਥਿਤ ਚੀਨੀ ਦੂਤਵਾਸ ਨੇ ਇਸ ਮਾਮਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਯੂਐਸ ਇੰਡੋ ਪੈਸੀਫਿਕ ਕਮਾਂਡ ਨੇ ਕਿਹਾ ਕਿ ਚੀਨੀ ਜਹਾਜ਼ 150 ਗਜ ਦੇ ਨੇੜੇ ਤੋਂ ਲੰਘਿਆ ਅਤੇ ਅੰਤਰਰਾਸ਼ਟਰੀ ਪਾਣੀਆਂ 'ਚ ਸੁਰੱਖਿਅਤ ਲੰਘਣ ਦੇ ਸਮੁੰਦਰੀ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਤੋਂ ਪਹਿਲਾਂ ਯੂਐਸ ਇੰਡੋ ਪੈਸੀਫਿਕ ਕਮਾਂਡ ਨੇ ਮੰਗਲਵਾਰ ਨੂੰ ਕਿਹਾ ਸੀਗਾ ਕਿ 26 ਮਈ ਨੂੰ ਇੱਕ ਚੀਨੀ ਲੜਾਕੂ ਜਹਾਜ਼ ਨੇ ਅੰਤਰਰਾਸ਼ਟਰੀ ਹਵਾਈ ਖੇਤਰ 'ਚ ਦੱਖਣੀ ਚੀਨ ਸਾਗਰ ਉੱਤੇ ਅਮਰੀਕੀ ਫੌਜੀ ਜਹਾਜ਼ ਦੇ ਨੇੜੇ ਇੱਕ ਬੇਲੋੜੀ ਹਮਲਾਵਰ ਪੈਂਤੜਾ ਕੀਤਾ ਸੀ। ਜ਼ਿਕਰਯੋਗ ਹੈ ਕਿ ਤਾਇਵਾਨ ਪਹਿਲਾਂ ਚੀਨ ਦਾ ਹਿੱਸਾ ਸੀ। ਜਦੋਂ 1949 ਵਿੱਚ ਚੀਨ 'ਚ ਘਰੇਲੂ ਯੁੱਧ ਸ਼ੁਰੂ ਹੋਇਆ ਤਾਂ ਮਾਓ ਜ਼ੇ ਤੁੰਗ ਦੀ ਅਗਵਾਈ ਵਿੱਚ ਕਮਿਊਨਿਸਟਾਂ ਨੇ ਚਿਆਂਗ ਕਾਈ ਸ਼ੇਕ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਮਿਊਨਿਸਟਾਂਗ ਪਾਰਟੀ ਨੂੰ ਹਰਾਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਡੀ ਦਾ ਕਹਿਣਾ ਹੈ ਕਿ ਭਾਰਤ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਪ੍ਰਮੁੱਖ ਸਰੋਤਾਂ 'ਚੋਂ ਇੱਕ ਹੈ। ਜੌਡੀ ਦਾ ਕਹਿਣਾ ਹੈ ਕਿ ਕਈ ਸਟੇਟ ਆਗੂ ਅਤੇ ਗੈਰ ਸਟੇਟ ਪ੍ਰਤੀਨਿਧ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਰ ਰਹੇ ਨੇ ਅਤੇ ਪਿਛਲੇ ਹਫ਼ਤੇ ਇੱਕ ਕਾਨਫਰੰਸ ਦੇ ਵਿੱਚ ਉਹਨਾਂ ਨੇ 3 ਦੇਸ਼ਾਂ ਰੂਸ, ਈਰਾਨ ਨੂੰ ਸੂਚੀਬੱਧ ਤੇ ਨਾਲ ਦੇ ਨਾਲ ਚਾਈਨਾ ਨੂੰ ਵੀ ਸੂਚੀਬੱਧ ਕੀਤਾ, ਜਿਨ੍ਹਾਂ ਦਾ ਉਟਾਵਾ ਅਕਸਰ ਹਵਾਲਾ ਦਿੰਦਾ ਹੈ। ਪਰ ਥਾਮਸ ਨੇ ਵਿਸ਼ੇਸ਼ ਤੌਰ ਤੇ ਭਾਰਤ ਦਾ ਜ਼ਿਕਰ ਕੀਤਾ ਹੈ, ਇੱਕ ਅਜਿਹਾ ਦੇਸ਼ ਜਿਸ ਨੂੰ ਲਿਬਰਲਾਂ ਨੇ ਆਪਣੀ ਇੰਡੋ ਪੈਸੀਫਿਕ ਰਣਨੀਤੀ ਦੇ ਵਿੱਚ ਨਜ਼ਦੀਕੀ ਆਰਥਿਕ ਅਤੇ ਵਿਗਿਆਨਿਕ ਸੰਬੰਧਾਂ ਨੂੰ ਸਥਾਪਿਤ ਕਰਨ ਦੇ ਲਈ ਤਰਜੀਹ ਵਜੋਂ ਰੇਖਾਂਕਿਤ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਸਿੱਖ ਕੈਨੇਡੀਅਨਜ਼ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਫੈਡਰਲ ਏਜੰਸੀਆਂ ਨੇ ਹਾਲ ਹੀ ਦੇ 2 ਸਾਲਾਂ 'ਚ ਚੇਤਾਵਨੀ ਦਿੱਤੀ ਹੈ ਕਿ ਭਾਰਤ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਅਤੇ ਥਾਮਸ ਦੇ ਨਾਲਦਿਆਂ ਨੇ ਸੁਝਾਅ ਦਿੱਤਾ ਸੀਗਾ ਕਿ ਭਾਰਤ ਸਰਕਾਰ ਵਿੱਚ ਸ਼ਰਾਰਤੀ ਤੱਤਾਂ ਨੇ ਟਰੂਡੋ ਨੂੰ ਉਸਦੀ ਭਾਰਤ ਫੇਰੀ ਦੌਰਾਨ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੈਲੀਫੋਰਨੀਆ ਦੇ ਬੀਚ ਤੇ ਆਪਣੇ ਪਰਿਵਾਰ ਨੂੰ ਸੈਰ ਕਰਾਉਣ ਦੇ ਲਈ ਲੈ ਕੇ ਗਏ 2 ਬੱਚਿਆਂ ਦੇ ਭਾਰਤੀ ਅਮਰੀਕੀ ਪਿਤਾ ਦੀ ਆਪਣੇ ਇੱਕ ਬੱਚੇ ਨੂੰ ਲਹਿਰਾਂ ਤੋਂ ਬਚਾਉਂਦੇ ਹੋਏ ਮੌਤ ਹੋ ਗਈ। ਪਰਿਵਾਰ ਅਤੇ ਦੋਸਤਾਂ ਦੇ ਵੱਲੋਂ ਸਥਾਪਿਤ ਕੀਤੇ ਗਏ ਮਦਦ ਦੀ ਮੰਗ ਕਰਨ ਵਾਲੇ ਫੰਡਰੇਜ਼ਰ ਪੇਜ ਦੇ ਅਨੁਸਾਰ ਸ਼੍ਰੀਨਿਵਾਸ ਮੂਰਤੀ ਜੋ ਹੈ ਤੈਰਨਾ ਨਹੀਂ ਜਾਣਦੇ ਸਨ। ਪਿਛਲੇ ਹਫ਼ਤੇ ਸਾਂਤਾ ਕਰੂਜ਼ ਦੇ ਪੈਂਥਰ ਬੀਚ ਤੇ ਆਪਣੇ ਪਰਿਵਾਰ ਦੇ ਨਾਲ ਆਨੰਦ ਲੈ ਰਹੇ ਸੀ ਜਦੋਂ ਇਹ ਹਾਦਸਾ ਵਾਪਰਿਆ। ਗੋਫੰਡਮੀ ਪੇਜ ਦੇ ਮੁਤਾਬਕ ਅਚਾਨਕ ਇੱਕ ਵੱਡੀ ਲਹਿਰ ਆਈ ਅਤੇ ਉਸਦੇ ਪੁੱਤਰ ਨੂੰ ਹੇਠਾਂ ਸੁੱਟ ਦਿੱਤਾ ਅਤੇ ਬਚਾਅ ਵਿੱਚ ਵੱਡੀਆਂ ਲਹਿਰਾਂ ਉਸ ਨੂੰ ਸਮੁੰਦਰ ਵਿੱਚ ਖਿੱਚਣ ਲੱਗੀਆਂ। ਜਦੋਂ ਉਹਨਾਂ ਨੇ ਦੇਖਿਆ ਬੱਚਾ ਪਾਣੀ ਚੋਂ ਬਾਹਰ ਨਿਕਲਣ ਦੇ ਲਈ ਸੰਘਰਸ਼ ਕਰ ਰਿਹਾ ਤਾਂ ਉਹ ਆਪਣੇ ਪੁੱਤਰ ਨੂੰ ਬਚਾਉਣ ਦੇ ਲਈ ਭੱਜੇ। ਸ਼੍ਰੀਨਿਵਾਸ ਆਪਣੇ ਪੁੱਤਰ ਨੂੰ ਬਚਾਉਣ ਦੇ ਯੋਗ ਸੀ, ਪਰ ਬਦਕਿਸਮਤੀ ਦੇ ਨਾਲ ਉਹਨਾਂ ਨੂੰ ਲਹਿਰਾਂ ਨੇ ਡੂੰਘੇ ਪਾਣੀ ਵਿੱਚ ਖਿੱਚ ਲਿਆ। ਇਸ ਦੌਰਾਨ ਉਹਨਾਂ ਦਾ ਜਿਹੜਾ ਪਰਿਵਾਰ ਹੈ ਚੀਕਾਂ ਮਾਰ ਰਿਹਾ ਸੀ, ਬੇਵਸੀ ਦੇ ਨਾਲ ਸ਼੍ਰੀਨਿਵਾਸ ਨੂੰ ਡੁੱਬਦੇ ਦੇਖ ਰਿਹਾ ਸੀ। ਘਟਨਾ ਸਥਾਨ ਤੇ ਪਹੁੰਚੇ ਐਮਰਜੈਂਸੀ ਕਰਮਚਾਰੀ ਸ਼੍ਰੀਨਿਵਾਸ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਵਿੱਚ ਸਫਲ ਰਹੇ। ਉਹਨਾਂ ਨੂੰ CPR ਦਿੱਤੀ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾਲ ਚੱਲਦੇ ਹੋਏ ਸ਼੍ਰੀਨਿਵਾਸ ਨੇ ਦਮ ਤੋੜ ਦਿੱਤਾ ਤੇ ਸਟੈਨਫੋਰਡ ਹਸਪਤਾਲ ਵਿੱਚ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਗੋਫੰਡਮੀ ਨੇ ਸ਼੍ਰੀਨਿਵਾਸ ਦੇ ਪਰਿਵਾਰ ਦੀ
ਫੌਰੀ ਖਰਚਿਆਂ ਜਿਵੇਂ ਕਿ ਅੰਤਿਮ ਸੰਸਕਾਰ ਦੇ ਖਰਚੇ, ਮੈਡੀਕਲ ਬਿੱਲਾਂ ਤੇ ਹੋਰ ਅਣਕਿਆਸੇ ਵਿੱਤੀ ਜ਼ਿੰਮੇਵਾਰੀਆਂ ਲਈ ਦਾਨ ਦੀ ਮੰਗ ਕੀਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇ ਜੋ ਬਾਈਡਨ ਨੂੰ ਅਯੋਗ ਦੱਸਣ ਵਾਲੇ ਪੱਤਰਕਾਰ ਨੂੰ ਆਪਣਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਉਸ ਸਮੇਂ ਕੀਤੀ ਗਈ ਹੈ ਜਦੋਂ ਅਮਰੀਕਾ ਤੇ ਇਜ਼ਰਾਈਲ ਵਿਚਾਲੇ ਰਿਸ਼ਤੇ ਤਣਾਅਪੂਰਨ ਨੇ। ਨੇਤਨਯਾਹੂ ਦਫ਼ਤਰ ਨੇ ਇਸ ਤੇ ਕਿਸੇ ਵੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਹੈ। ਜ਼ਵਿਕ ਨੇ ਆਪਣੇ ਟਵੀਟ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਕੰਮ ਕਰਨ ਦੇ ਲਈ ਅਯੋਗ ਦੱਸਿਆ ਸੀ। ਟਿੱਪਣੀ ਵਿੱਚ ਜ਼ਵਿਕ ਨੇ ਕਿਹਾ ਸੀਗਾ ਕਿ ਹੌਲੀ-ਹੌਲੀ ਇੱਕ ਦਿਨ ਅਮਰੀਕਾ ਨੂੰ ਬਰਬਾਦ ਕਰ ਦੇਣਗੇ। ਨਾਲ ਹੀ ਉਹਨਾਂ ਨੇ ਆਪਣੀ ਪੋਸਟ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਦਾਅਵੇ ਦਾ ਵੀ ਸਮਰਥਨ ਕੀਤਾ ਸੀਗਾ ਕਿ ਚੋਣ ਵਿੱਚ ਧਾਂਦਲੀ ਹੋਈ ਸੀ। ਇਸ ਸੰਬੰਧ ਵਿੱਚ ਕੀਤੀ ਗਈ ਟਿੱਪਣੀ 'ਚ ਇੱਕ ਉਪਲਬਧ ਟਵੀਟ ਨੂੰ ਵੀ ਹਟਾ ਦਿੱਤਾ ਗਿਆ। ਜਦੋਂ ਇਸ ਸੰਬੰਧ ਵਿੱਚ ਗਿਲਡ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਸੋਮਵਾਰ ਨੂੰ ਉਹਨਾਂ ਨੇ ਅੰਗਰੇਜ਼ੀ ਵਿੱਚ ਟਵੀਟ ਕੀਤਾ ਸੀ। ਉਸ ਸਮੇਂ ਉਹ ਇੱਕ ਆਮ ਨਾਗਰਿਕ ਸਨ। ਉਹਨਾਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦਾ ਕੋਈ ਵੀ ਨਜ਼ਰੀਆ ਮੌਜੂਦਾ ਸਮੇਂ 'ਚ ਨਹੀਂ ਰੱਖਦੇ। ਉਹ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਪੂਰੀ ਤਰ੍ਹਾਂ ਪੇਸ਼ੇਵਰ ਤਰੀਕੇ ਨਾਲ ਕੰਮ ਕਰ ਰਹੇ ਨੇ। ਸੰਯੁਕਤ ਰਾਸ਼ਟਰ ਦੇ ਰੱਖਿਆ ਸਕੱਤਰ ਲਾਇਡ ਆਸਟਿਨ ਨੇ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਟ੍ਰਾਇਲ ਸਰਵਿਸਿਜ਼ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ। ਆਸਟਿਨ ਐਤਵਾਰ ਨੂੰ ਭਾਰਤ ਪਹੁੰਚੇ ਅਤੇ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ। ਭਾਰਤ ਤੇ ਅਮਰੀਕਾ ਨੇ ਇੱਥੇ ਰੱਖਿਆ ਖੇਤਰ ਵਿੱਚ ਉਦਯੋਗਿਕ ਪੱਧਰ ਤੇ ਸਹਿਯੋਗ ਕਰਨ ਉੱਤੇ ਚਰਚਾ ਕੀਤੀ ਹੈ। ਦੋਵੇਂ ਮੁਲਕਾਂ ਨੇ ਫੌਜੀ ਢਾਂਚਿਆਂ ਨੂੰ ਸਾਂਝੇ ਤੌਰ ਉੱਤੇ ਵਿਕਸਿਤ ਕਰਨ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਤਰਜੀਹ ਦੇਣ ਬਾਰੇ ਵੀ ਵਚਨਬੱਧਤਾ ਪ੍ਰਗਟ ਕੀਤੀ ਹੈ। ਦੋਵਾਂ ਮੁਲਕਾਂ ਵਿਚਾਲੇ ਇਹ ਤਾਲਮੇਲ ਯੂਕਰੇਨ ਸੰਕਟ ਤੇ ਹਿੰਦ ਪ੍ਰਸ਼ਾਂਤ ਵਿੱਚ ਚਾਈਨਾ ਦੇ ਵੱਧ ਰਹੇ ਦਖਲ ਦੇ ਮੱਦੇਨਜ਼ਰ ਮਹੱਤਵਪੂਰਨ ਹੈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੇ ਆਪਣੇ ਹਮਰੁਤਬਾ ਲਾਇਡ ਆਸਟਿਨ ਦੇ ਨਾਲ ਵਿਆਪਕ ਚਰਚਾ ਤੋਂ ਬਾਅਦ ਕਿਹਾ ਕਿ ਮੁਕਤ, ਖੁੱਲ੍ਹੇ ਤੇ ਨੇਮ ਆਧਾਰਿਤ ਹਿੰਦ ਪ੍ਰਸ਼ਾਂਤ ਖੇਤਰ ਦੇ ਲਈ ਭਾਰਤ ਅਮਰੀਕਾ ਦੀ ਭਾਈਵਾਲੀ ਮਹੱਤਵਪੂਰਨ ਹੈ। ਰੱਖਿਆ ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦੋਵੇਂ ਧਿਰਾਂ ਨੇ ਦੁਬੱਲੇ ਰੱਖਿਆ ਤਾਲਮੇਲ ਦੇ ਮੁੱਦਿਆਂ ਉੱਤੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕੀਤੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਹੋਈ ਹੈ। ਰਾਜਨਾਥ ਸਿੰਘ ਨੇ ਮਗਰੋਂ ਕਿਹਾ ਕਿ ਰਣਨੀਤਿਕ ਹਿੱਤਾਂ ਅਤੇ ਰੱਖਿਆ ਸੁਰੱਖਿਆ ਤਾਲਮੇਲ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਸਟਿਨ ਨੇ 2 ਦਿਨ ਦੀ ਯਾਤਰਾ ਉੱਤੇ ਐਤਵਾਰ ਦਿੱਲੀ ਪੁੱਜੇ ਸੀ ਔਰ ਇਹ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਫੇਰੀ ਤੋਂ ਹਫ਼ਤੇ ਪਹਿਲਾਂ ਕੀਤਾ ਗਿਆ ਹੈ, ਜਾਣੀ ਕਿ 2 ਹਫ਼ਤੇ ਪਹਿਲਾਂ। ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸਮਰੱਥਾ ਨਿਰਮਾਣ ਤੇ ਰਣਨੀਤਿਕ ਭਾਈਵਾਲ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰਨ ਪ੍ਰਤੀ ਉਤਸ਼ਾਹਿਤ ਨੇ। ਆਸਟਿਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਹਿਰੇ ਹੋ ਰਹੇ ਸੰਬੰਧ ਦਿਖਾਉਂਦੇ ਨੇ ਕਿ ਕਿਵੇਂ ਦੋ ਮਹਾਨ ਤਾਕਤਾਂ ਦਰਮਿਆਨ ਤਕਨੀਕੀ ਕਾਢਾਂ ਅਤੇ ਵੱਧ ਰਿਹਾ ਫੌਜੀ ਸਹਿਯੋਗ ਪੂਰੀ ਦੁਨੀਆ ਲਈ ਚੰਗਾ ਸਾਬਿਤ ਹੋ ਸਕਦਾ ਹੈ। ਆਸਟਿਨ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਸਹਿਯੋਗ ਮਹੱਤਵ ਰੱਖਦਾ ਹੈ ਕਿਉਂਕਿ ਅਸੀਂ ਸਾਰੇ ਤੇਜ਼ੀ ਦੇ ਨਾਲ ਬਦਲ ਰਹੀ ਦੁਨੀਆ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਚੀਨ ਦਾ ਡਰਾਉਣ ਧਮਕਾਉਣ ਵਾਲਾ ਸਖਤ ਰਵੱਈਆ ਦੇਖ ਰਹੇ ਹਾਂ ਤੇ ਯੂਕਰੇਨ ਪ੍ਰਤੀ ਰੂਸ ਦਾ ਹਮਲਾਵਰ ਵਤੀਰਾ ਵੀ ਸਭ ਦੇ ਸਾਹਮਣੇ ਹੈ ਜੋ ਕਿ ਪ੍ਰਭੂ ਸੱਤਾ ਦੀ ਉਲੰਘਣਾ ਕਰਕੇ ਸਰਹੱਦਾਂ ਨੂੰ ਮੁੜ ਤੋਂ ਲਿਖਣ ਦਾ ਯਤਨ ਕਰ ਰਹੇ ਨੇ। ਆਸਟਿਨ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਤੇ ਅਮਰੀਕਾ ਦਾ ਨਿਯਮ ਆਧਾਰਿਤ ਕੌਮਾਂਤਰੀ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਅਹਿਮ ਰੋਲ ਹੈ ਜਿਸ ਨਾਲ ਸਾਰੇ ਸੁਰੱਖਿਅਤ ਰਹਿ ਸਕਦੇ ਨੇ। ਅਮਰੀਕੀ ਆਗੂ ਨੇ ਵੱਖਰੇ ਤੌਰ ਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਦੇ ਨਾਲ ਵੀ ਚਰਚਾ ਕੀਤੀ। ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਨਵੀਂ ਯੋਜਨਾ ਤਹਿਤ ਤਕਨੀਕੀ ਸਹਿਯੋਗ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਏਗਾ ਤੇ ਰਲ ਕੇ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਜ਼ਮੀਨੀ ਰੱਖਿਆ ਢਾਂਚਿਆਂ ਨੂੰ ਵਿਕਸਿਤ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਇੰਟੈਲੀਜੈਂਸ, ਨਿਗਰਾਨੀ ਤੇ ਖੁਫੀਆ ਜਾਣਕਾਰੀ ਤੇ ਵੀ ਤਾਲਮੇਲ ਬਿਹਤਰ ਕੀਤਾ ਜਾਏਗਾ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਇਸ ਮੌਕੇ ਕਿਹਾ ਕਿ ਵਾਸ਼ਿੰਗਟਨ ਉਹਨਾਂ ਦੇਸ਼ਾਂ ਨਾਲ ਹੀ ਤਕਨੀਕੀ ਸਾਂਝੀ ਕਰਦਾ ਹੈ ਜਿਨ੍ਹਾਂ ਉੱਤੇ ਉਹ ਪੂਰਾ ਭਰੋਸਾ ਕਰਦਾ ਹੈ। ਭਾਰਤੀ ਰੱਖਿਆ ਮੰਤਰਾਲਾ ਨੇ ਕਿਹਾ ਕਿ ਸਨਅਤੀ ਪੱਧਰ ਉੱਤੇ ਸਹਿਯੋਗ ਬਾਰੇ ਅਗਲੇ 5 ਸਾਲਾਂ ਤੱਕ ਦੀ ਨੀਤੀ ਬਣਾਈ ਜਾਏਗੀ। ਰਾਜਨਾਥ ਸਿੰਘ ਤੇ ਆਸਟਿਨ ਉਦਯੋਗਾਂ ਵਿਚਾਲੇ ਭਾਈਵਾਲਾਂ 'ਚ ਆਉਂਦੇ ਅੰਕੜਿਆਂ ਨੂੰ ਦੂਰ ਕਰਨ ਦੇ ਲਈ ਕੰਮ ਕਰਨ ਤੇ ਵੀ ਸਹਿਮਤ ਹੋਏ। ਇਸ ਮੌਕੇ ਸਪਲਾਈ ਪ੍ਰਬੰਧਾਂ ਤੇ ਖਰੀਦ ਸਮਝੌਤਿਆਂ ਬਾਰੇ ਵੀ ਚਰਚਾ ਹੋਈ। ਪੈਂਟਾਗਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਸਾਰੀਆਂ ਫੌਜੀ ਸੇਵਾਵਾਂ ਵਿਚਾਲੇ ਸਹਿਯੋਗ ਵਧਾਉਣਗੇ। ਭਾਰਤ ਦੇ NSA ਅਜੀਤ ਡੋਭਾਲ ਨਾਲ ਹੋਈ ਮੀਟਿੰਗ ਵਿੱਚ ਆਸਟਿਨ ਨੇ ਖੇਤਰੀ ਤੇ ਆਲਮੀ ਸੁਰੱਖਿਆ ਫਿਕਰਾਂ ਬਾਰੇ ਚਰਚਾ ਕੀਤੀ। ਇਸ ਮੌਕੇ ਇੰਡੈਕਸ ਐਕਸ ਉਦਮ ਦੀ ਵੀ ਗੱਲ ਕੀਤੀ ਗਈ ਜੋ ਕਿ ਤਕਨੀਕੀ ਤਾਲਮੇਲ ਉੱਤੇ ਆਧਾਰਿਤ ਹੈ। ਦੋਵੇਂ ਮੁਲਕਾਂ ਵਿਚਾਲੇ ਇਹ ਭਾਈਵਾਲੀ ਕਾਰੋਬਾਰੀ ਕੌਂਸਲ ਵੱਲੋਂ 21 ਜੂਨ ਨੂੰ ਲਾਂਚ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਦੋਵੇਂ ਮੁਲਕ ਅਹਿਮ ਤੇ ਉੱਭਰਦੀਆਂ ਤਕਨੀਕੀ ਉੱਤੇ ਵੀ ਸਾਂਝ ਪਾ ਰਹੇ ਨੇ।
ਅਮਰੀਕਾ ਦੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਵਿੱਚ ਲੋਕਤੰਤਰ ਦੀ ਸਿਹਤ ਬਾਰੇ ਚਿੰਤਾਵਾਂ ਨੂੰ ਖਾਰਿਜ ਕਰ ਦਿੱਤਾ। ਅਮਰੀਕੀ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਇੱਕ ਜੀਵੰਤ ਲੋਕਤੰਤਰ ਹੈ ਜੋ ਕੋਈ ਵੀ ਨਵੀਂ ਦਿੱਲੀ ਜਾਂਦਾ ਹੈ ਉਹ ਖੁਦ ਦੇਖ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਿਆਨ ਰਾਹੀਂ ਅਮਰੀਕਾ ਨੇ ਉਹਨਾਂ ਸਾਰੀਆਂ ਆਲੋਚਨਾਵਾਂ ਨੂੰ ਖਾਰਿਜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਵਿੱਚ ਭਾਰਤ ਦੇ ਲੋਕਤੰਤਰ ਤੇ ਸਵਾਲ ਉਠਾਏ ਗਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਹੀਨੇ ਦੇ ਅਖੀਰ 'ਚ ਅਮਰੀਕਾ ਦੇ ਸਰਕਾਰੀ ਦੌਰਾ ਹੈ ਔਰ ਇਸ ਸਰਕਾਰੀ ਦੌਰੇ ਤੇ ਜਾਣਗੇ। ਜੌਨ ਕਿਰਬੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੰਤ ਵਿੱਚ ਅਮਰੀਕਾ ਦੇ ਦੌਰੇ ਤੇ ਜਾ ਰਹੇ ਨੇ। ਉਹਨਾਂ ਦੀ ਮੇਜ਼ਬਾਨੀ ਰਾਸ਼ਟਰਪਤੀ ਜੋ ਬਾਈਡਨ ਅਤੇ ਜਿਲ ਬਾਈਡਨ ਕਰਨਗੇ। ਭਾਰਤ ਵਿੱਚ ਜਨਮੇ ਪ੍ਰਸਿੱਧ ਖੋਜਕਰਤਾ ਅਤੇ ਮਾਨਸਿਕ ਸਿਹਤ ਮਾਹਿਰ ਵਿਕਰਮ ਪਟੇਲ ਨੂੰ ਹਾਰਵਰਡ ਮੈਡੀਕਲ ਸਕੂਲ ਦੇ ਕੌਮਾਂਤਰੀ ਸਿਹਤ ਤੇ ਸਮਾਜਿਕ ਮੈਡੀਕਲ ਵਿਭਾਗ ਦੇ ਅਗਲੇ ਮੁਖੀ ਦੇ ਰੂਪ ਦੇ ਵਿੱਚ ਚੁਣਿਆ ਗਿਆ। ਪ੍ਰੋਫੈਸਰ ਵਿਕਰਮ ਪਟੇਲ ਦਾ ਜਨਮ ਬੰਬਈ 'ਚ ਹੋਇਆ। ਉਹ ਹਾਰਵਰਡ ਮੈਡੀਕਲ ਸਕੂਲ ਦੇ ਬਲਾਵਨਾਤਮਿਕ ਸੰਸਥਾਨ 'ਚੋਂ ਗਲੋਬਲ ਹੈਲਥ ਦੇ ਪਰਸਿੰਗ ਸਕਵਾਇਰ ਪ੍ਰੋਫੈਸਰ ਨੇ ਔਰ ਪਿਛਲੇ ਹਫ਼ਤੇ ਇੱਕ ਅਧਿਕਾਰ ਐਲਾਨ ਦੇ ਅਨੁਸਾਰ ਉਹ 1 ਸਤੰਬਰ ਨੂੰ ਅਹੁਦਾ ਸੰਭਾਲਣਗੇ। ਉਹਨਾਂ ਦਾ ਕੰਮ ਜੀਵਨ ਭਰ ਮਾਨਸਿਕ ਸਿਹਤ ਸਮੱਸਿਆਵਾਂ ਦੇ ਬੋਝ, ਸਮਾਜਿਕ ਨੁਕਸਾਨ ਦੇ ਨਾਲ ਉਹਨਾਂ ਦੇ ਜੜਾਅ ਅਤੇ ਉਹਨਾਂ ਦੀ ਰੋਕਥਾਮ ਅਤੇ ਸਮਾਧਾਨ ਦੇ ਲਈ ਭਾਈਚਾਰਕ ਸਰੋਤਾਂ ਦੀ ਵਰਤੋਂ ਤੇ ਕੇਂਦਰਿਤ ਸੀ। ਉਹ ਪਾਲ ਫਾਰਮਰ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਫਰਵਰੀ 2022 ਵਿੱਚ ਆਪਣੀ ਮੌਤ ਤੱਕ ਵਿਭਾਗ ਦੀ ਅਗਵਾਈ ਕੀਤੀ ਸੀ। ਬੀਤੇ ਦਿਨ ਵਾਸ਼ਿੰਗਟਨ ਡੀਸੀ ਖੇਤਰ ਵਿੱਚ ਅਸਮਾਨ ਉਸ ਵੇਲੇ ਜ਼ੋਰਦਾਰ ਆਵਾਜ਼ ਨਾਲ ਗੂੰਜ ਉੱਠਿਆ ਜਦੋਂ US F-16 ਜੰਗੀ ਜੈਟ ਨੇ ਕੌਮੀ ਰਾਜਧਾਨੀ ਨੇੜੇ ਉੱਡ ਰਹੇ ਇੱਕ ਨਿੱਜੀ ਜਹਾਜ਼ ਦਾ ਪਿੱਛਾ ਕਰਨ ਦੇ ਲਈ ਉਡਾਨ ਭਰੀ। ਅਧਿਕਾਰੀਆਂ ਦੇ ਅਨੁਸਾਰ ਨਿੱਜੀ ਜਹਾਜ਼ ਦੇ ਪਾਇਲਟ ਵੱਲੋਂ ਕੋਈ ਹੁੰਗਾਰਾ ਨਾ ਦੇਣ ਕਾਰਨ F-16 ਨੂੰ ਹਰਕਤ ਵਿੱਚ ਲਿਆਂਦਾ ਗਿਆ। ਬਾਅਦ ਵਿੱਚ ਨਿੱਜੀ ਜਹਾਜ਼ ਵਰਜੀਨੀਆ ਖੇਤਰ 'ਚ ਤਬਾਹ ਹੋ ਗਿਆ। ਇੱਕ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਕਿ F-16 ਨੇ ਜਹਾਜ਼ ਨੂੰ ਨਹੀਂ ਸੁੱਟਿਆ ਤੇ ਨਾ ਹੀ F-16 'ਚੋਂ ਕੋਈ ਗੋਲਾ ਆਦਿ ਦਾਗਿਆ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਜਹਾਜ਼ ਜਾਂ ਕੁਝ ਹੋਰ ਮਨਾਹੀ ਵਾਲੇ ਖੇਤਰ 'ਚ ਉਡਾਨ ਭਰ ਰਿਹਾ ਹੋਏ ਤਾਂ ਫੈਡਰਲ ਐਵੀਏਸ਼ਨ ਪ੍ਰਸ਼ਾਸਨ ਜੰਗੀ ਜੈਟ ਜਹਾਜ਼ ਦੀ ਵਰਤੋਂ ਕਰ ਸਕਦਾ ਹੈ। ਕੰਟੀਨੈਂਟਲ US ਨਾਰਥ ਅਮਰੀਕਨ ਏਅਰੋਸਪੇਸ ਡਿਫੈਂਸ ਕਮਾਂਡ ਰੀਜਨ ਵੱਲੋਂ ਜਾਰੀ ਪ੍ਰੈਸ ਬਿਆਨ ਦੇ ਅਨੁਸਾਰ F-16 ਜੰਗੀ ਜੈਟ ਨੇ ਸਿਵਲੀਅਨ ਜਹਾਜ਼ ਦੇ ਪਾਇਲਟ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ। ਸਿਵਲੀਅਨ ਜਹਾਜ਼ ਤੇ ਪਾਇਲਟ ਦਾ ਧਿਆਨ ਖਿੱਚਣ ਲਈ F-16 ਜੈਟ ਨੇ ਚੰਗਿਆੜੇ ਵੀ ਕੱਢੇ ਪਰੰਤੂ ਫਿਰ ਵੀ ਗੱਲ ਨਹੀਂ ਬਣੀ। ਬਾਅਦ ਵਿੱਚ ਵਰਜੀਨੀਆ 'ਚੋਂ ਜਾਰਜ ਵਾਸ਼ਿੰਗਟਨ ਨੈਸ਼ਨਲ ਫੋਰਸੈਟ ਨੇੜੇ ਸਿਵਲੀਅਨ ਜਹਾਜ਼ ਤਬਾਹ ਹੋ ਗਿਆ। ਅਮਰੀਕਾ ਦੀ ਤਕਨੀਕੀ ਕੰਪਨੀ ਮਾਈਕਰੋਸਾਫਟ ਨੂੰ ਫੈਡਰਲ ਟ੍ਰੇਡ ਕਮਿਸ਼ਨ ਦੇ ਦੋਸ਼ਾਂ ਦੇ ਨਾਲ ਨਜਿੱਠਣ ਦੇ ਲਈ $20 ਮਿਲੀਅਨ ਦਾ ਭੁਗਤਾਨ ਕਰਨਾ ਹੋਏਗਾ। FTC ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਈਕਰੋਸਾਫਟ ਦੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਬੱਚਿਆਂ ਤੋਂ ਗੈਰ ਕਾਨੂੰਨੀ ਤੌਰ ਤੇ ਨਿੱਜੀ ਜਾਣਕਾਰੀ ਚੋਰੀ ਕਰਨ ਦਾ ਦੋਸ਼ ਹੈ। ਮਾਈਕਰੋਸਾਫਟ ਕੰਪਨੀ ਆਪਣੇ Xbox ਗੇਮਿੰਗ ਸਿਸਟਮ ਤੇ ਸਾਈਨ ਅਪ ਕਰਨ ਵਾਲੇ ਬੱਚਿਆਂ ਦਾ ਨਿੱਜੀ ਡਾਟਾ ਚੋਰੀ ਕਰ ਲਿਆ ਗਿਆ। ਉਹਨਾਂ ਨੇ ਨਿੱਜੀ ਡਾਟਾ ਆਪਣੇ ਕੋਲ ਰੱਖਣ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ ਤੋਂ ਕਿਸੇ ਤਰ੍ਹਾਂ ਦੀ ਸਹਿਮਤੀ ਨਹੀਂ ਲਈ। ਇਸ ਤੇ ਅਮਰੀਕੀ ਸਰਕਾਰ ਨੇ ਮਾਈਕਰੋਸਾਫਟ ਤੇ ਆਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਮਾਈਕਰੋਸਾਫਟ ਨੇ FTC ਦੁਆਰਾ ਲਗਾਏ ਗਏ ਦੋਸ਼ਾਂ ਦਾ ਤੁਰੰਤ ਜਵਾਬ ਨਹੀਂ ਦਿੱਤਾ। FTC ਨੇ ਇੱਕ ਆਦੇਸ਼ ਜਾਰੀ ਕਰਕੇ ਕਿਹਾ ਕਿ ਮਾਈਕਰੋਸਾਫਟ ਨੂੰ ਆਪਣੇ Xbox ਸਿਸਟਮ ਤੇ ਬਾਲ ਉਪਭੋਗਤਾਵਾਂ ਦੇ ਲਈ ਗੋਪਨੀਯਤਾ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਲਈ ਮਜ਼ਬੂਤ ਕਦਮ ਚੁੱਕਣ ਦੀ ਲੋੜ ਹੈ। FTC ਨੇ ਕਿਹਾ ਕਿ ਉਹ ਆਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ ਸੁਰੱਖਿਆ ਨੂੰ ਤੀਜੀ ਧਿਰ ਦੇ ਗੇਮਿੰਗ ਪ੍ਰਕਾਸ਼ਕਾਂ ਤੱਕ ਵਧਾਏਗੀ ਜਿਨ੍ਹਾਂ ਨਾਲ ਮਾਈਕਰੋਸਾਫਟ ਬੱਚਿਆਂ ਦਾ ਡਾਟਾ ਸਾਂਝਾ ਕਰਦਾ ਹੈ। FTC ਦੇ ਕੰਜ਼ਿਊਮਰ ਪ੍ਰੋਟੈਕਸ਼ਨ ਬਿਊਰੋ ਦੇ ਡਾਇਰੈਕਟਰ ਸੋਮੂਅਲ ਲੇਵਿਨ ਨੇ ਕਿਹਾ ਕਿ ਸਾਡਾ ਪ੍ਰਸਤਾਵਿਤ ਆਦੇਸ਼ ਮਾਪਿਆਂ ਲਈ Xbox ਤੇ ਆਪਣੇ ਬੱਚਿਆਂ ਦੀ ਗੋਪਨੀਯਤਾ ਦੀ ਸੁਰੱਖਿਆ ਲਈ ਕੰਮ ਕਰੇਗਾ। ਆਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ ਕਾਨੂੰਨ ਦੇ ਅਨੁਸਾਰ ਆਨਲਾਈਨ ਸੇਵਾਵਾਂ ਅਤੇ ਵੈਬਸਾਈਟਾਂ ਨੂੰ ਨਿੱਜੀ ਜਾਣਕਾਰੀ ਇਕੱਠੀ ਕਰਨ ਤੋਂ ਪਹਿਲਾਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕਰਨ ਦੀ ਲੋੜ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੀ ਵਰਤੋਂ ਕਰਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ ਤੋਂ ਵੀ ਆਗਿਆ ਲਓ। 2015 ਤੋਂ 2020 ਤੱਕ ਮਾਈਕਰੋਸਾਫਟ ਨੇ Xbox ਤੇ ਖਾਤਾ ਬਣਾਉਣ ਦੀ ਪ੍ਰਕਿਰਿਆ ਦੌਰਾਨ ਬੱਚਿਆਂ ਤੋਂ ਲਿਆ ਡੇਟਾ ਰੱਖਿਆ। ਉਹਨਾਂ ਨੇ ਇਸ ਲਈ ਬੱਚਿਆਂ ਦੇ ਮਾਪਿਆਂ ਤੋਂ ਕਿਸੇ ਕਿਸਮ ਦੀ ਆਗਿਆ ਨਹੀਂ ਮੰਗੀ। ਇਸ ਚੀਜ਼ ਦਾ ਜ਼ਿਕਰ ਬਾਰ-ਬਾਰ ਕੀਤਾ ਗਿਆ ਹੈ। ਅਮਰੀਕਾ ਦੇ ਮਿਸੌਰੀ ਰਾਜ ਵਿੱਚ ਕੋਲੰਬੀਆ ਵਿਖੇ ਇੱਕ ਖਾਲੀ ਘਰ ਵਿੱਚ ਪਾਰਟੀ ਦੌਰਾਨ ਚੱਲੀਆਂ ਗੋਲੀਆਂ ਨਾਲ 2 ਨਾਬਾਲਗਾਂ ਦੀ ਮੌਤ ਹੋਣ ਅਤੇ 4 ਦੇ ਹੋਰ ਜ਼ਖਮੀ ਹੋਣ ਦੀ ਖਬਰ ਮਿਲੀ। ਬੂਨ ਕਾਉਂਟੀ ਸ਼ੈਰਿਫ ਦਫ਼ਤਰ ਦੇ ਅਨੁਸਾਰ ਪਾਰਟੀ ਵਿੱਚ ਦਰਜਨਾਂ ਲੋਕ ਸ਼ਾਮਲ ਸਨ। ਅਧਿਕਾਰੀਆਂ ਅਨੁਸਾਰ 2 ਧੜਿਆਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਚੱਲੀਆਂ ਗੋਲੀਆਂ ਨਾਲ 16 ਤੇ 17 ਸਾਲ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਜ਼ਖਮੀਆਂ 'ਚ 16 ਤੋਂ 19 ਸਾਲ ਦੇ ਨੌਜਵਾਨ ਸ਼ਾਮਲ ਨੇ। ਸ਼ੈਰਿਫ ਦਫ਼ਤਰ ਦੇ ਅਨੁਸਾਰ ਜ਼ਖਮੀਆਂ ਦੇ ਜ਼ਖਮ ਜਾਨਲੇਵਾ ਨਹੀਂ ਹਨ। ਅਜੇ ਤੱਕ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਕੰਜ਼ਰਵੇਟਿਵ ਆਗੂ ਪੀਅਰ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਕਿ ਜੇ ਲਿਬਰਲਾਂ ਵੱਲੋਂ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਫੈਡਰਲ ਬਜਟ ਬਿੱਲ ਨੂੰ ਉਹ ਆਸਾਨੀ ਨਾਲ ਪਾਸ ਨਹੀਂ ਹੋਣ ਦੇਣਗੇ। ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਪੋਲੀਏਵਰ ਨੇ ਆਖਿਆ ਕਿ ਜੇ ਸਰਕਾਰ ਇਸ ਬਿੱਲ ਵਿੱਚ ਦੇਰ ਹੋਣ ਤੋਂ ਰੋਕਣਾ ਚਾਹੁੰਦੀ ਹੈ ਤਾਂ ਉਸ ਨੂੰ ਮਹਿੰਗਾਈ ਨੂੰ ਠੱਲ ਪਾਉਣ ਤੇ ਵਿਆਜ ਦਰਾਂ ਘਟਾਉਣ ਦੇ ਲਈ ਕੋਈ ਪਲਾਨ ਪੇਸ਼ ਕਰਨਾ ਹੋਵੇਗਾ। ਆਪਣੀਆਂ ਇਹ ਦੋ ਸ਼ਰਤਾਂ ਰੱਖਣ ਤੋਂ ਇਲਾਵਾ ਪੋਲੀਏਵਰ ਨੇ ਆਖਿਆ ਕਿ ਲਿਬਰਲਾਂ ਨੂੰ ਭਵਿੱਖ ਵਿੱਚ ਕਾਰਬਨ ਸੰਬੰਧੀ ਕੀਮਤਾਂ 'ਚ ਵਾਧੇ ਨੂੰ ਵੀ ਰੋਕਣਾ ਹੋਵੇਗਾ। ਇਸ ਤੋਂ ਉਪਰੰਤ ਪੋਲੀਏਵਰ ਨੇ ਆਖਿਆ ਕਿ ਜੇ ਸਰਕਾਰ ਉਹਨਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਬਜਟ ਨੂੰ ਪਾਸ ਹੋਣ ਤੋਂ ਰੋਕਣ ਦੇ ਲਈ ਉਹ ਹਰ ਹੀਲਾ ਵਰਤਣਗੇ। ਉਹਨਾਂ ਨੇ ਆਖਿਆ ਕਿ ਇਸ ਵਿੱਚ ਕਈ ਤਰ੍ਹਾਂ ਦੀਆਂ ਸੋਧਾਂ ਤੇ ਲੰਬੇ ਸਮੇਂ ਭਾਸ਼ਣ ਸ਼ਾਮਲ ਹੋਣਗੇ। ਪੋਲੀਏਵਰ ਵੱਲੋਂ ਇਹ ਧਮਕੀ ਉਸ ਸਮੇਂ ਦਿੱਤੀ ਗਈ ਜਦੋਂ ਐਮਪੀਜ਼ ਗਰਮੀਆਂ ਦੀਆਂ ਛੁੱਟੀਆਂ ਲਈ ਤਿਆਰੀ ਕਰ ਰਹੇ ਨੇ। ਇਹ ਛੁੱਟੀਆਂ 23 ਜੂਨ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ। ਦੇਸ਼ ਈਰਾਨ ਤੋਂ ਬਾਅਦ ਹੁਣ ਅਫਗਾਨਿਸਤਾਨ ਵਿੱਚ ਵੀ ਲੜਕੀਆਂ ਨੂੰ ਜ਼ਹਿਰ ਦੇਣ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਉੱਤਰੀ ਖੇਤਰ ਦੇ ਦੋ ਵੱਖ-ਵੱਖ ਸਕੂਲਾਂ ਦੇ ਵਿੱਚ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੀਆਂ ਦਰਜਨਾਂ ਵਿਦਿਆਰਥਣਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਲੜਕੀਆਂ ਜ਼ਹਿਰ ਖਾਣ ਲੱਗ ਪਈਆਂ ਤੇ ਕਈਆਂ ਦੀ ਹਾਲਤ ਖਰਾਬ ਹੋ ਗਈ। ਇਹ ਜਾਣਕਾਰੀ ਇਲਾਕੇ ਦੇ ਸਿੱਖਿਆ ਅਧਿਕਾਰੀ ਨੇ ਦਿੱਤੀ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਹੈ ਤੇ ਅਗਸਤ 2021 ਵਿੱਚ ਤਾਲਿਬਾਨ ਦੇ ਕਾਬੁਲ ਤੇ ਕਬਜ਼ਾ ਕਰਨ ਤੋਂ ਬਾਅਦ ਲੜਕੀਆਂ ਨੂੰ ਜ਼ਹਿਰ ਦੇਣ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ 2015 ਦੇ ਵਿੱਚ ਅਫਗਾਨਿਸਤਾਨ ਵਿੱਚ ਲੜਕੀਆਂ ਨੂੰ ਜ਼ਹਿਰ ਦਿੱਤਾ ਗਿਆ ਸੀ। ਹਾਲਾਂਕਿ ਉਦੋਂ ਤਾਲਿਬਾਨ ਸੱਤਾ ਵਿੱਚ ਨਹੀਂ ਸੀ। ਇਹ ਘਟਨਾ ਹਿਰਾਤ ਸੂਬੇ ਦੀ ਹੈ ਜਿੱਥੇ 600 ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦਿੱਤਾ ਗਿਆ। हैरानी की गल यह है कि अफगान लड़कियां नूं जहर देण वाले लोगों का पता नहीं लगा। दोवें घटनावां की किसी जथेबंदी ने जिम्मेवारी नहीं ली। हालांकि कई मनुखी अधिकारी संगठन इन्हां घटनावां तालिबान का हथ दस रहे हैं क्योंकि औरतों प्रति तालिबान का रवैया काफ़ी सख्त रहा। अफगानिस्तान विच सत्ता चाउण तो बाद तालिबान ने अजिहे फैसले लए कि संयुक्त राष्ट्र भी उन्होंने रोकण दे योग नहीं है। देश के कई खेत्रों में तालिबान ने संयुक्त राष्ट्र मिशनां 'च काम करन वालियां औरतों उत्ते पाबंदियां ला दित्तियां ने। दसदी है कि अफगानिस्तान विच तालिबान ने पहले लड़कियां दे 6वीं जमात तो अगे दी पढ़ाई करन ते पाबंदी लाई। हुण अफगानिस्तान दे सारे पल सूबे विच जिन्हां स्कूलां 'च लड़कियां नूं जहर दित्ता गया है, दोवें स्कूल एक दूजे दे आस-पास दस्से जा रहे ने। अज तक ये पता नहीं लग सकिया कि जहर खाण वालियां लड़कियां दी उम्र किन्नी है ਅਤੇ ਉਹ ਕਿਹੜੀ ਜਮਾਤ ਵਿੱਚ ਪੜ੍ਹਦੀਆਂ ਨੇ। ਇਸ ਸਾਲ ਦੀ ਸ਼ੁਰੂਆਤ ਵਿੱਚ ਈਰਾਨ 'ਚ ਹਜ਼ਾਰਾਂ ਲੜਕੀਆਂ ਤੇ ਜ਼ਹਿਰ ਦਾ ਹਮਲਾ ਹੋਇਆ ਸੀ ਜਿਸ ਵਿੱਚ ਕਈ ਲੜਕੀਆਂ ਦੀ ਜਾਨ ਚਲੀ ਗਈ। ਈਰਾਨ ਵਾਂਗ ਅਫਗਾਨਿਸਤਾਨ ਵੀ ਇੱਕ ਘੋਸ਼ਿਤ ਇਸਲਾਮੀ ਦੇਸ਼ ਹੈ ਅਤੇ ਇੱਥੇ 95% ਤੋਂ ਵੱਧ ਮੁਸਲਮਾਨ ਨੇ। ਦੋਵਾਂ ਦੇਸ਼ਾਂ ਨੇ ਹਿਜਾਬ ਅਤੇ ਬੁਰਕੇ ਨੂੰ ਲਾਜ਼ਮੀ ਕੀਤਾ ਹੋਇਆ। ਇਸ ਤੋਂ ਇਲਾਵਾ ਉੱਥੇ ਔਰਤਾਂ ਨੂੰ ਕੰਮ ਵਾਲੀ ਥਾਂ ਤੇ ਵੀ ਜਾਣ ਦੀ ਆਗਿਆ ਨਹੀਂ ਹੈ ਅਤੇ ਜੇ ਔਰਤਾਂ ਕੰਮ ਤੇ ਜਾਂਦੀਆਂ ਨੇ ਤਾਂ ਉਹਨਾਂ ਨੂੰ ਸਿਰ ਤੋਂ ਪੈਰ ਤੱਕ ਆਪਣਾ ਪੂਰਾ ਸਰੀਰ ਢੱਕ ਕੇ ਰੱਖਣਾ ਪੈਂਦਾ ਹੈ। ਐਤਵਾਰ ਨੂੰ ਸਿੱਖ ਧਰਮ ਦੇ ਮੁੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਮਾਰਗ ਤੇ ਬਰਫ਼ ਦਾ ਗਲੇਸ਼ੀਅਰ ਟੁੱਟ ਕੇ ਡਿੱਗ ਗਿਆ। ਇਹ ਘਟਨਾ ਸ੍ਰੀ ਹੇਮਕੁੰਟ ਸਾਹਿਬ ਤੋਂ 1 ਕਿਲੋਮੀਟਰ ਪਹਿਲਾਂ ਅਟਲਕੋਟੀ ਵਿਖੇ ਵਾਪਰੀ ਜਿੱਥੇ ਗਲੇਸ਼ੀਅਰ ਦਾ ਟੁਕੜਾ ਟੁੱਟਣ ਕਾਰਨ 6 ਸ਼ਰਧਾਲੂ ਫਸ ਗਏ। ਇਹ ਸਾਰੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। 6 ਸ਼ਰਧਾਲੂਆਂ ਵਿੱਚੋਂ 5 ਲੋਕਾਂ ਨੂੰ SDRF ਦੀ ਟੀਮ ਵੱਲੋਂ ਬਚਾ ਲਿਆ ਗਿਆ। SDRF ਅਤੇ ITBP ਦੇ ਜਵਾਨਾਂ ਨੇ ਰਾਤ ਭਰ ਇੱਕ ਲਾਪਤਾ ਮਹਿਲਾ ਸ਼ਰਧਾਲੂ ਦੀ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗਿਆ। ਮਹਿਲਾ ਸ਼ਰਧਾਲੂ ਦੀ ਮ੍ਰਿਤਕ ਦੇਹ ਸੋਮਵਾਰ ਸਵੇਰੇ ਬਰਫ਼ ਵਿੱਚ ਦੱਬੀ ਹੋਈ ਮਿਲੀ। ਦੱਸਿਆ ਜਾ ਰਿਹਾ ਕਿ 4 ਜੂਨ ਤੱਕ ਉੱਤਰਾਖੰਡ ਵਿੱਚ 8551 ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਨੇ। ਇਹ ਅੰਕੜਾ ਉੱਤਰਾਖੰਡ ਸੈਰ ਸਪਾਟਾ ਵਿਭਾਗ ਵੱਲੋਂ ਜਾਰੀ ਕੀਤਾ ਗਿਆ। ਉੱਥੇ 4 ਧਾਮ ਯਾਤਰਾ ਵਿੱਚ ਇਹ ਅੰਕੜਾ 20 ਲੱਖ ਨੂੰ ਪਾਰ ਕਰ ਗਿਆ। ਹੁਣ ਕਰੀਬ 20 ਲੱਖ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਨੇ ਜੋ ਯਾਤਰਾ ਦਾ ਇੰਤਜ਼ਾਰ ਕਰ ਰਹੇ ਨੇ। ਇੰਗਲੈਂਡ ਦੇ ਉੱਤਰ ਪੱਛਮ ਦੇ ਨਾਲ ਸੰਬੰਧਿਤ ਭਾਰਤੀ ਮੂਲ ਦੀ ਸਕੂਲ ਅਧਿਆਪਕ ਤੇ ਘੱਟੋ-ਘੱਟ 2 ਸਾਲ ਦੇ ਲਈ ਪੜਾਉਣ ਤੇ ਪਾਬੰਦੀ ਲਗਾ ਦਿੱਤੀ ਗਈ। ਪੇਸ਼ੇਵਰ ਪੈਨਲ ਵੱਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਇਸ ਅਧਿਆਪਕ ਨੇ ਆਪਣੇ ਮਾਲਕ ਤੋਂ ਠੱਗੀ ਦੇ ਦੋਸ਼ ਹੇਠ ਉਸ ਨੂੰ ਹੋਈ ਸਜ਼ਾ ਬਾਰੇ ਪਰਦਾ ਰੱਖਿਆ। ਇਸ ਦੇ ਮੱਦੇਨਜ਼ਰ ਉਸ ਉੱਤੇ ਇਹ ਪਾਬੰਦੀ ਲਗਾਈ ਗਈ ਹੈ ਕਿ ਦੀਪਤੀ ਪਟੇਲ ਮੈਨਚੈਸਟਰ ਅਕੈਡਮੀ ਵਿੱਚ ਅਧਿਆਪਕ ਸੀ ਅਤੇ ਉਸਨੇ ਇਹ ਗੱਲ ਛੁਪਾਈ ਕਿ ਉਸ ਨੂੰ ਸੇਂਟ ਐਲਬੇਨਸ ਕ੍ਰਾਊਨ ਕੋਰਟ ਵੱਲੋਂ ਸਤੰਬਰ 2020 ਚ ਸਜ਼ਾ ਸੁਣਾਈ ਗਈ। ਉਸ ਤੇ ਅਜਿਹਾ ਰਵੱਈਆ ਅਪਣਾ ਕੇ ਪੇਸ਼ੇ ਨੂੰ ਬਦਨਾਮ ਕਰਨ ਦਾ ਦੋਸ਼ ਲੱਗਿਆ। ਪ੍ਰੋਫੈਸ਼ਨਲ ਕੰਡਕਟ ਪੈਨਲ ਨੇ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਹਫ਼ਤੇ ਕੀਤੇ ਗਏ ਫੈਸਲੇ ਸੰਬੰਧੀ ਕਿਹਾ। ਪੈਨਲ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਬੀਬੀ ਪਟੇਲ ਪੇਸ਼ੇਵਰ ਮਾਪਦੰਡਾਂ ਤੇ ਖਰੀ ਨਹੀਂ ਉਤਰੀ। ਪੈਨਲ ਨੇ ਕਿਹਾ, ਸਾਨੂੰ ਲੱਗਦਾ ਹੈ ਕਿ ਇਸ ਪੇਸ਼ੇ ਵਿੱਚ ਜਨਤਾ ਦਾ ਵਿਸ਼ਵਾਸ ਬਣਾਈ ਰੱਖਣ ਲਈ ਪਟੇਲ ਦੇ ਅਧਿਆਪਨ ਕਾਰਜ ਤੇ ਘੱਟੋ-ਘੱਟ 2 ਸਾਲ ਦੀ ਪਾਬੰਦੀ ਲਗਾਏ ਜਾਣ ਦੀ ਲੋੜ ਹੈ। ਇਸ ਤਹਿਤ ਦੀਪਤੀ ਪਟੇਲ ਨੇ ਪੜਾਉਣ ਤੇ ਰੋਕ ਲਾਈ ਜਾਂਦੀ ਹੈ। ਉਹ ਅਗਲੇ 2 ਸਾਲਾਂ ਤੱਕ ਕਿਸੇ ਵੀ ਸਕੂਲ ਵਿੱਚ ਪੜ੍ਹਾ ਨਹੀਂ ਸਕਦੀ।
ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬरुण ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।